उन्हां दे मेंटर उन्हां दे उस्ताद कौन ने? कौन है? तुहाडे चहेते अवतार किशन। ये तुसी की कर रहे हो? रुक जाओ पापा जी। गीत, तेरी हिम्मत कितना ही मेरा हाथ पड़ दी। मेरा टोल ना तोड़ो पापा जी। आज तो बात मेरा हाउस विच इन्हां साजां दी आवाज़ां मेरे कन्नां तक नहीं पहुंचनी चाहिए। मैं तो ना वादा करती हूँ कि आज तो बाद मेरा हाउस विच तोड़े कन्नां नूं इन्हां दी आवाज नहीं सुनाई देगी पापा जी। जवाब तो देना पएगा मल्हार साहब जी। आज भी जदों रॉकी ने ढोल ते तबले नूं हत्थ पाया सी तोड़न वास्ते मेरा दिल बहुत दुखिया सी। उदों भी मैनूं लग्या सी कि तुहानूं मेरे करके कितनी बेइज्जती सहनी पैंदी। जे मेरी जगह कोई अमीर घर दी कुड़ी पढ़ी लिखी कुड़ी इस घर विच ब्याह करा के आंदी तां इदां दी गल्लां नहीं होणीआं सी मल्हार साहब जी जो अज हो रही ने। तुसीं दसो इदां दी गल्लां हुंदियां मल्हार साहब जी? फिर की पता गीत, जे गल ना होंदी तो कोई और गल हो जाती। तुहानूं पता तो है पापा जी दा सुभाऽ दा। नहीं मल्हार साहब जी, कल्ले पापा जी दी गल नहीं है। इत्थे तो गल गल ते सारे नूं ढोली ते ढोलियां ते गुस्सा आ जांदा है। कौन प्यार करदा है किसी ढोली दी धी नूं? क्यों नहीं करता? मैं करता। अपनी वाइफ की टोली नूं प्यार करता, बहुत ज्यादा प्यार करता। आई लव यू गीत, आई लव यू सो मच। आई लव यू टू मल्हार साहब जी। अब चलो तुसी इत्थे आराम नाल बैठो ते अज मैं तुहानूं पढ़ावां। मैनू सारा कुछ पता है फुफड़ जी। सारी खबर मेरे तक पहुंच चुकी है, शुरू तो लेके एंड तक। फिर तो तेनों ये भी पता होगा कि गीत ने मेहरा हाउस विच तुहाडा रुतबा तुहाडी रेपुटेशन जीरो कर दित्ती है। ਉਹਨੇ ਤਾਂ ਮੈਨੂੰ ਮੇਰਾ ਹਾਊਸ ਵਿੱਚ ਕਿਸੇ ਸਾਹਮਣੇ ਅੱਖ ਚੁੱਕਣ ਜੋਗਾ ਵੀ ਨਹੀਂ ਛੱਡਿਆ ਹੈਗਾ। ਬਾਕੀਆਂ ਦੀ ਗੱਲ ਤਾਂ ਛੱਡੋ ਫੁੱਫੜ ਜੀ, ਪਰ ਜਿਵੇਂ ਅੱਜ ਗੀਤ ਨੇ ਤੁਹਾਨੂੰ ਸਾਰਿਆਂ ਦੇ ਸਾਹਮਣੇ ਚੋਰ ਸਾਬਿਤ ਕਰ ਦਿੱਤਾ ਹੈ, ਉਸ ਤੋਂ ਬਾਅਦ ਤਾਂ ਗਿੰਨੀ ਤੇ ਕੰਮੋ ਭੂਆ ਦਾ ਵੀ ਕੋਈ ਭਰੋਸਾ ਨਹੀਂ ਕਿ ਉਹ ਤੁਹਾਡੇ ਨਾਲ ਰਹਿਣਗੀਆਂ ਵੀ ਜਾਂ ਨਹੀਂ। ਕਿਉਂ ਨਹੀਂ ਉਹ ਮੇਰੇ ਨਾਲ ਰਹਿਣਗੀਆਂ? ਤੁਹਾਡੇ ਨਾਲ ਰਹਿ ਕੇ ਉਹਨਾਂ ਕਰਨਾ ਵੀ ਕੀ ਫੁੱਫੜ ਜੀ? ਸਾਰੀ ਉਮਰ ਉਹਨਾਂ ਨੂੰ सिर नीवा करके कटनी पएगी चोरा वांग। तुसी समझ रहे हो ना मैं की कह रही हाँ? हुण उन्हां दी की वुकत रह जाऊगी? तू सही कह रही सिमोन, मैं हुण उत्थे नहीं रहांगा। नहीं तो मैं जदों भी गीत के सामने जावांगा ओदी अख नाल अख मिलावांगा। मैनूं हमेशा ऐं लगेगा कि अज भी मेरे विचों चोर लभण की कोशिश करती पई है। ਉਹਦੀ ਅੱਖ ਨਾਲ ਅੱਖ ਜਦੋਂ ਵੀ ਮੇਰੀ ਟਕਰਾਏਗੀ ਮੈਨੂੰ ਹਮੇਸ਼ਾ ਆਪਣੀ ਬੇਇੱਜ਼ਤੀ ਮਹਿਸੂਸ ਹੋਏਗੀ। ਇਹੀ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਫੁੱਫੜ ਜੀ, ਉਸ ਗੀਤ ਨੇ ਤਾਂ ਤੁਹਾਨੂੰ ਮਹਿਰਾ ਹਾਊਸ ਵਿੱਚ ਰਹਿਣ ਜੋਗੇ ਵੀ ਨਹੀਂ ਛੱਡਿਆ। ਤੇ ਹੁਣ ਇੱਥੇ ਮੈਂ ਰਹਾਂਗਾ ਵੀ ਨਹੀਂ। ਮੈਂ ਗਿੰਨੀ ਤੇ ਕੰਮੋਂ ਨੂੰ ਕਹਿ ਦਿੱਤਾ ਆਪਣਾ ਸਮਾਨ ਬੰਨ ਲਓ, ਹੁਣ ਅਸੀਂ ਆਪਣੇ ਘਰ ਜਾਵਾਂਗੇ। ਇਹਦਾ ਮਤਲਬ ਤੁਸੀਂ ਅਜੇ ਵੀ ਮੇਰੀ ਗੱਲ ਨਹੀਂ ਸਮਝੇ? ਸੱਚੀ ਛੱਡ ਕੇ ਚਲੇ ਜਾਓਗੇ ਮਹਿਰਾ ਹਾਊਸ ਨੂੰ? ਤੂੰ ਕਹਿਣਾ ਕੀ ਚਾਹਨੀ ਹੈ? ਤੂੰ ਹੁਣ ਤਾਂ ਇਹ ਕਹਿੰਦੀ ਸੀ ਕਿ ਗੀਤ ਨੇ ਮੈਨੂੰ ਉੱਥੇ ਰਹਿਣ ਜੋਗਾ ਨਹੀਂ ਛੱਡਿਆ। ਇਹ ਗੱਲ ਤਾਂ ਸੱਚ ਹੈ, ਪਰ ਕੀ ਤੁਸੀਂ ਗੀਤ ਕੋਲੋਂ ਡਰ ਕੇ ਮਹਿਰਾ ਹਾਊਸ ਨੂੰ ਛੱਡ ਕੇ ਚਲੇ ਜਾਓਗੇ? ਤੇ ਮੈਂ ਕਰਨਾ ਕੀ ਉੱਥੇ ਰਹਿ ਕੇ? ਤੁਸੀਂ ਮਹਿਰਾ ਹਾਊਸ ਵਿੱਚ ਰਹੋਗੇ ਤਾਂ ਤੁਹਾਡਾ ਹੱਕ ਰਹੇਗਾ ਮਹਿਰਾ ਹਾਊਸ ਤੇ। ਜਲੰਧਰ ਸ਼ਹਿਰ ਦੇ ਐਨ ਵਿਚਕਾਰ ਐਨੀ ਵੱਡੀ ਐਨੀ ਮਹਿੰਗੀ ਪ੍ਰਾਪਰਟੀ, ਐਨਾ ਵੱਡਾ ਘਰ, ਮਹਿਰਾ ਹਾਊਸ ਨੂੰ ਆਪਣੇ ਹੱਥੋਂ ਜਾਣ ਨਾ ਦਿਓ। ਜੇ ਉੱਥੇ ਰਹੋਗੇ ਤਾਂ ਹੌਲੀ ਹੌਲੀ ਉਸ ਘਰ ਨੂੰ ਆਪਣਾ ਬਣਾ ਸਕੋਗੇ ਤੁਸੀਂ। ਜ਼ਰਾ ਸੋਚੋ ਫੁੱਫੜ ਜੀ, ਮਹਿਰਾ ਹਾਊਸ ਨੂੰ ਆਪਣੇ ਹੱਥੋਂ ਜਾਣ ਨਾ ਦਿਓ। ਨਹੀਂ ਸਿਮੋਨ, ਇੰਨਾ ਕੁਝ ਹੋਣ ਤੋਂ ਬਾਅਦ ਮੈਂ ਮਹਿਰਾ ਹਾਊਸ ਵਾਲਾ ਪੰਗਾ ਨਹੀਂ ਲੈ ਸਕਦਾ। ਨਾਲੇ ਜਿੰਨੀ ਮੇਰੀ ਬੇਇੱਜ਼ਤੀ ਹੋਈ ਹੈ ਮੈਂ ਉਸ ਘਰ ਵਿੱਚ ਰਹਿ ਨਹੀਂ ਸਕਦਾ। ਤੂੰ ਆਪ ਦੱਸ ਸਿਮੋਨ, ਮੈਂ ਕਿਹੜੇ ਮੂੰਹ ਨਾਲ ਜਾਵਾਂ ਉਸ ਘਰ ਦੇ ਵਿੱਚ? ਮੈਨੂੰ ਸ਼ਰਮ ਆਉਂਦੀ ਹੈ। ਸ਼ਰਮ, ਡਰ ਤੇ ਪਛਤਾਵਾ, ਇਹ ਸਭ ਚੀਜ਼ਾਂ ਕਮਜ਼ੋਰ ਲੋਕਾਂ ਨੂੰ ਡਰਾਉਂਦੀਆਂ ਨੇ ਫੁੱਫੜ ਜੀ। ਮੈਨੂੰ ਨਹੀਂ ਸੀ ਪਤਾ ਕਿ
ਪ੍ਰਸ਼ਾਂਤ ਚੌਧਰੀ ਵੀ ਉਹਨਾਂ ਕਮਜ਼ੋਰ ਲੋਕਾਂ ਵਿੱਚੋਂ ਹੈ ਜਿਹੜਾ ਇਹਨੇ ਫੋਕੇ ਆਦਰਸ਼ਾਂ ਕਰਕੇ ਹਾਰ ਮੰਨ ਲਏਗਾ। सिमोन, तू मैनू चुनौती दे रही है? ਮੈਂ ਨਹੀਂ ਫੁੱਫੜ ਜੀ, ਚੁਣੌਤੀ ਤਾਂ ਤੁਹਾਨੂੰ ਉਸ ਗੀਤ ਨੇ ਦਿੱਤੀ ਹੈ। ਜੇ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਤਾਂ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ, ਪਰ ਤੁਸੀਂ ਆਪਣੀ ਜ਼ਿੰਦਗੀ ਖਤਮ ਨਹੀਂ ਕੀਤੀ, ਸਗੋਂ ਮਰਿਆ ਵਾਂਗ ਕੱਟਣ ਦਾ ਫੈਸਲਾ ਜ਼ਰੂਰ ਕਰ ਲਿਆ ਹੈ। ਨਹੀਂ ਤਾਂ ਇਦਾਂ ਹਾਰ ਨਾ ਮੰਨਦੇ, ਮਹਿਰਾ ਹਾਊਸ ਵਿੱਚੋਂ ਕਿਤੇ ਜਾਣ ਦੀ ਨਾ ਸੋਚਦੇ, ਸਗੋਂ ਗੀਤ ਨੂੰ ਉੱਥੋਂ ਕੱਢਣ ਦੀ ਸੋਚਦੇ, ਉਹਦੇ ਕੋਲੋਂ ਬਦਲਾ ਲੈਣ ਦੀ ਸੋਚਦੇ। गीत को बदला लवा मैं? ਹਾਂਜੀ ਫੁੱਫੜ ਜੀ, ਬਦਲਾ ਤਾਂ ਤੁਹਾਨੂੰ ਲੈਣਾ ਹੀ ਪਏਗਾ। ਬਹੁਤ ਪੁਰਾਣੀ ਕਹਾਵਤ ਹੈ, 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। पर चोर तो उन्हें मैनू सारे सामने साबित कर दिता ना। ਉਹ ਤੇ 1 ਦਿਨ ਹੀ ਸੀ। ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਹੁਣ ਤੁਹਾਨੂੰ 100 ਮੌਕੇ ਮਿਲਣਗੇ? ਤੇ ਮੈਨੂੰ ਨਹੀਂ ਲੱਗਦਾ ਕਿ ਗੀਤ ਤੇ ਵਾਰ ਕਰਨ ਲਈ ਤੁਹਾਨੂੰ 100 ਮੌਕਿਆਂ ਦੀ ਲੋੜ ਹੈ। पर ये सारा कुछ होवेगा किदा? कौन सुनेगा मेरी मेरा हाउस विच गल? ਸੁਣਨਗੇ ਫੁੱਫੜ ਜੀ, ਤੁਹਾਡੀ ਗੱਲ ਵੀ ਹੌਲੀ-ਹੌਲੀ ਸਾਰੇ ਸੁਣਨਗੇ। ਨਾਲੇ ਤੁਸੀਂ ਆਪਣੇ ਆਪ ਨੂੰ ਇਕੱਲਾ ਨਾ ਸਮਝਿਓ, ਮੈਂ ਤੁਹਾਡੇ ਨਾਲ ਆ ਫੁੱਫੜ ਜੀ, ਕਿਉਂਕਿ ਇਸ ਵੇਲੇ ਤੁਹਾਨੂੰ ਮੇਰੀ ਲੋੜ ਹੈ ਤੇ ਮੈਨੂੰ ਮਲਹਾਰ ਦੀ। ਆ ਲਓ, आ गई सिमोन। ਕੁਝ ਪੈਸੇ ਨੇ, ਤੁਹਾਡੀ ਜੇਬ ਖਰਚੀ ਸਮਝ ਲਓ। ਅੱਜ ਤੋਂ ਬਾਅਦ ਤੁਸੀਂ ਮਹਿਰਾ ਪਰਿਵਾਰ ਦੇ ਕਿਸੇ ਵੀ ਜੀ ਅੱਗੇ ਹੱਥ ਨਾ ਅੱਡਣਾ। ਜਦੋਂ ਵੀ ਜੇਬ ਖਰਚੇ ਦੀ ਲੋੜ ਹੋਵੇ, ਬਸ ਸਿਮੋਨ ਨੂੰ ਯਾਦ ਕਰ ਲਿਓ ਤੇ ਫਿਰ ਦੇਖਿਓ ਕਿ ਮੈਂ ਤੁਹਾਡੇ ਨਾਲ ਰਲ ਕੇ ਮਹਿਰਾ ਹਾਊਸ ਦਾ ਨਕਸ਼ਾ ਕਿਵੇਂ ਬਦਲਦੀ ਹਾਂ। पर मैनू की करना पेगा तेरा साथ देने लई? ਟਾਈਮ ਆਉਣ ਤੇ ਦੱਸ ਦਿਆਂਗੇ ਫੁੱਫੜ ਜੀ। ਅਜੇ ਤੁਸੀਂ ਜਾਓ, ਮਹਿਰਾ ਹਾਊਸ ਵਿੱਚ ਰਹੋ ਤੇ ਜਦੋਂ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸ ਦਿਓ। ठीक है सिमोन, शुक्रिया, बहुत बहुत शुक्रिया। ਮਲਹਾਰ, ਤੂੰ ਮੈਨੂੰ ਛੱਡ ਕੇ ਉਸ ਗੀਤ ਨੂੰ ਚੁਣਿਆ ਹੈ ਨਾ, ਪਰ ਮੈਂ ਤੈਨੂੰ ਉਸ ਗੀਤ ਨਾਲ ਕਦੀ ਰਹਿਣ ਨਹੀਂ ਦਿਆਂਗੀ। ਦੇਖ ਲੈ, ਮੈਂ ਤਾਂ ਤੇਰੇ ਘਰ ਦੀ ਸ਼ਤਰੰਜ ਵਿੱਚ ਮੋਹਰੇ ਖੜੇ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ। ਹੁਣ ਤੂੰ ਬਚਾ ਆਪਣੀ ਰਾਣੀ ਗੀਤ ਨੂੰ। ਇਹ ਕੀ ਹੋ ਰਿਹਾ ਹੈ? ਤੂੰ ਮੇਰੀ ਅਲਮਾਰੀ ਖੋਲ ਕੇ ਕੀ ਕਰ ਰਹੀ ਹੈ? ਕੁਝ ਲੱਭ ਰਹੀ ਹਾਂ। ਸਾਡੇ ਕਮਰੇ ਚੋਂ ਕੀ ਲੱਭ ਰਹੀ ਹੈ? ਆ ਲੱਭ ਰਹੀ ਸੀ ਆ ਪੈਸੇ। ਤੂੰ ਇੰਨੇ ਪੈਸੇ ਕੀ ਕਰਨੇ ਤਾਨੀਆ? ਕੀ ਲੋੜ ਪੈ ਗਈ ਤੈਨੂੰ ਇੰਨੇ ਪੈਸਿਆਂ ਦੀ? ਅੱਛਾ, ਮੈਨੂੰ ਤਾਂ ਤੁਸੀਂ ਪੁੱਛ ਲਿਆ ਕਿ ਕੀ ਲੋੜ ਪੈ ਗਈ। ਆਪਣੀ ਚਹੇਤੀ ਨੂੰ ਗੀਤ ਕੋਲੋਂ ਤਾਂ ਕਦੇ ਕੁਝ ਨਹੀਂ ਪੁੱਛਿਆ। ਤਾਨੀਆ, ਤੂੰ ਉਹਦੀ ਗੱਲ ਛੱਡ, ਆਪਣੀ ਗੱਲ ਕਰ। ਦੱਸ, ਕਿਉਂ ਕੱਢੇ ਨੇ ਪੈਸੇ ਅਲਮਾਰੀ ਚੋਂ? ਮੈਂ ਤੁਹਾਡੀ ਅਲਮਾਰੀ ਚੋਂ ਪੈਸੇ ਨਹੀਂ ਲੈ ਸਕਦੀ। ਗੀਤ ਨੂੰ ਤਾਂ ਤੁਸੀਂ ਅਲਮਾਰੀ ਦੀਆਂ ਚਾਬੀਆਂ ਦੇ ਦਿੱਤੀਆਂ, ਉਹ ਜਦੋਂ ਮਰਜ਼ੀ ਜਿੰਨੇ ਮਰਜ਼ੀ ਜਿੱਦਾਂ ਮਰਜ਼ੀ ਪੈਸੇ ਲੈ ਸਕਦੀ ਹੈ। ਉਹਨੂੰ ਤਾਂ ਕਦੇ ਕੁਝ ਨਹੀਂ ਪੁੱਛਦੇ। ਤੇ ਜੇ ਮੈਂ ਤੁਹਾਡੀ ਆਪਣੀ ਬੇਟੀ ਨੇ ਪੈਸੇ ਲੈ ਲਏ ਤਾਂ ਕੀ ਗੁਨਾਹ ਕਰ ਦਿੱਤਾ? ਤੇ ਮੈਂ ਕੀ ਗੁਨਾਹ ਕੀਤਾ ਹੈ? ਤੇ ਰਹਿ ਗਈ ਗੱਲ ਗੀਤ ਦੀ, ਤਾਂ ਸਮਾਂ ਬਦਲਦਾ ਰਹਿੰਦਾ ਹੈ। ਹੁਣ ਇੱਕ ਬੰਦਾ ਤੇ ਘਰ ਦੀ ਜ਼ਿੰਮੇਵਾਰੀ ਨਹੀਂ ਨਾ ਸਾਂਭ ਸਕਦਾ ਸਾਰੀ ਉਮਰ। ਤੇ ਜੇ ਮੈਂ ਆਪਣੀ ਮਰਜ਼ੀ ਦੇ ਨਾਲ ਇਹ ਜ਼ਿੰਮੇਵਾਰੀ ਗੀਤ ਨੂੰ ਦੇ ਦਿੱਤੀ ਹੈ ਤੇ ਕੀ ਗਲਤ ਕੀਤਾ ਹੈ ਮੈਂ? ਮਹਿਰਾ ਹਾਊਸ ਦੀ ਜ਼ਿੰਮੇਵਾਰੀ ਗੀਤ ਨੂੰ ਦੇਣ ਵਾਲੇ ਤੁਸੀਂ ਹੁੰਦੇ ਕੌਣ ਹੋ? ਅਜੇ ਤੱਕ ਪਤਾ ਨਹੀਂ ਲੱਗਾ ਕਿ ਕੌਣ ਹੈ ਮੈਂ? ਮਾਂ ਹੈ ਤੇਰੀ, ਇਸ ਮਹਿਰਾ ਹਾਊਸ ਦੀ ਵੱਡੀ ਨੂੰ। ਮਹਿਰਾ ਹਾਊਸ ਦੇ ਤਾਂ ਤੁਸੀਂ ਕੁਝ ਨਹੀਂ ਲੱਗਦੇ ਮਮ, ਕੁਝ ਵੀ ਨਹੀਂ। ਇਹ ਹੁਣ ਕੀ ਨਵੀਂ ਬਕਵਾਸ ਹੈ ਕਿ ਮੈਂ ਕੁਝ ਨਹੀਂ ਲੱਗਦੀ ਮਹਿਰਾ ਹਾਊਸ ਦੀ? ਹਾਂਜੀ, ਕੁਝ ਨਹੀਂ ਲੱਗਦੇ ਤੁਸੀਂ ਮਹਿਰਾ ਹਾਊਸ ਦੇ। ਤੁਸੀਂ ਜੋ ਕੁਝ ਵੀ ਲੱਗਦੇ ਹੋ ਨਾ, ਉਹ ਸਭ ਤਾਂ ਕਿਸ਼ਨ ਦੇ ਲੱਗਦੇ ਹੋ। ਜਦੋਂ ਦਾ ਉਹ ਬੰਦਾ ਦੁਬਾਰਾ ਮਹਿਰਾ ਹਾਊਸ ਵਿੱਚ ਆਉਣਾ ਸ਼ੁਰੂ ਹੋਇਆ ਹੈ, ਤੁਸੀਂ ਤਾਂ ਨਵਾਂ ਰਿਸ਼ਤਾ ਜੋੜਨਾ ਸ਼ੁਰੂ ਕਰਤਾ ਉਹਦੇ ਨਾਲ। ਕਰੀ ਜਾ, ਜਿੰਨੀ ਮਰਜ਼ੀ ਬਕਵਾਸ ਕਰੀ ਜਾ, ਪਰ ਮੇਰਾ ਕੋਈ ਵੀ ਰਿਸ਼ਤਾ ਨਹੀਂ ਹੈ ਅਵਤਾਰ ਕਿਸ਼ਨ ਜੀ ਨਾਲ।
ਇਹ ਤਾਂ ਤੁਸੀਂ ਕਦੇ ਮੰਨਿਆ ਹੀ ਨਹੀਂ ਮਮ। जो सच है ना वो सच ही रहना है। कब तक मेरे उत्ते ब्लेम ला ला के मेरी इंसल्ट करती रहेगी? कब तक मेरी ईमानदारी ते मेरे करैक्टर ते तू उंगल चुकती रहेगी? ठीक है, दसो मम ਉਹ ਗੀਤ ਦਾ ਮੈਂਟਰ ਕਿੱਦਾਂ ਬਣਿਆ? ਦੱਸੋ ਮਮ, ਬੋਲੋ, ਜਵਾਬ ਦਿਓ। ਚੁੱਪ ਕਿਉਂ ਹੋ? ਬੋਲੋ। चुप कर तानिया, कदे तां बोलण लग्या सोच लिया कर कि रब ने तेनू ते मैनू इक्को जिहा बनाया है। ते जे तेरी मां तेरे दिल दी गल समझ सकदी है ते तू मेरी धी हो के मेरे दिल दी गल क्यों नहीं समझ सकदी, क्यों नहीं पढ़ सकदी? ਤੁਸੀਂ ਮੇਰੇ ਦਿਲ ਦੀ ਗੱਲ ਪੜ ਸਕਦੇ ਹੋ? ਨਹੀਂ ਮਮ, ਨਹੀਂ, ਤੁਸੀਂ ਝੂਠ ਬੋਲ ਰਹੇ ਹੋ। ਤੁਸੀਂ ਮੇਰੇ ਦਿਲ ਦੀ ਗੱਲ ਕਦੇ ਸਮਝੀ ਨਹੀਂ। ਇਹੋ ਤਾਂ ਗਲਤ ਭੁਲੇਖਾ ਪਾ ਰੱਖਿਆ ਹੈ ਤੂੰ, ਇਹੋ ਤਾਂ ਗਲਤ ਭੁਲੇਖਾ ਪਾ ਰੱਖਿਆ ਹੈ ਤੂੰ। ਮੇਰਾ ਭੁਲੇਖਾ ਦੂਰ ਕਰ ਦਿਓ ਨਾ ਫਿਰ ਮਮ। ਹੁਣ ਬੱਚੀ ਤਾਂ ਰਹੀ ਨਹੀਂ ਮੈਂ, ਵਿਆਹ ਦੀ ਤਾਰੀਖ ਵੀ ਪੱਕੀ ਹੋ ਗਈ ਹੈ ਮੇਰੇ। ਹੋਰ ਥੋੜੇ ਦਿਨਾਂ ਤੱਕ ਤੁਹਾਡਾ ਜਵਾਈ ਆਕਾਸ਼ ਇਸ ਘਰ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਮੈਨੂੰ ਕੀ ਜਵਾਬ ਦਵਾਂਗੀ, ਕੀ ਦੱਸਾਂਗੀ, ਕੀ ਕਹਾਂਗੀ ਕਿ ਮੇਰੀ ਮਾਂ ਦਾ ਰਿਸ਼ਤਾ ਇੱਕ ਗੌਰ ਵਾਲੇ ਨਾਲ ਹੈ? ਮੂੰਹ ਬੰਦ ਕਰ। ਹਰ ਵੇਲੇ ਬਕ ਕਰਨੀ ਚੰਗੀ ਨਹੀਂ ਹੁੰਦੀ। ਜਸਲੀਨ ਜੀ, ਤੁਸੀਂ ਇਹਨੂੰ ਛੱਡੋ, ਮੈਂ ਕਿਤੇ ਬਾਹਰ ਜਾ ਰਿਹਾ, ਤੁਸੀਂ ਮੇਰੇ ਨਾਲ ਚੱਲੋ। ਜੀ ਜੇਕ ਸਾਹਿਬ, ਪਰ ਜਾਣਾ ਕਿੱਥੇ ਹੈ? ਕਿਉਂ? ਜੇ ਮੈਂ ਨਹੀਂ ਦੱਸਾਂਗਾ ਤੁਸੀਂ ਮੇਰੇ ਨਾਲ ਨਹੀਂ ਚੱਲੋਗੇ? ਤੁਸੀਂ ਕਹੋ ਤੇ ਮੈਂ ਜਾਵਾਂ ਨਾ। ਮੈਂ ਤੇ ਇਦਾਂ ਹੀ ਪੁੱਛ ਲਿਆ ਸੀ, ਹੋ ਸਕਦਾ ਹੈ ਧੀ ਦਾ ਵਿਆਹ ਹੈ, ਕੋਈ ਸ਼ਾਪਿੰਗ ਕਰਨ ਜਾਣਾ ਹੋਵੇ। ਚਲੋ ਏਦਾਂ ਹੀ ਸਮਝ ਲਓ, ਚਲੋ ਚਲਿਏ। ਹੁਣ ਪਤਾ ਚੱਲੂਗਾ ਕਿ ਪਾਪਾ ਕੀ ਕਰ ਸਕਦੇ ਨੇ ਤੇ ਕਿੱਥੇ ਲੈ ਕੇ ਜਾ ਰਹੇ ਨੇ। ਵੱਡੇ ਮੈਡਮ ਜੀ ਤੇ ਪਾਪਾ ਜੀ ਇਕੱਠੇ, ਪਰ ਆ ਜਾ ਕਿੱਥੇ ਰਹੇ ਨੇ? ਚਲੋ ਚਲਿਏ, ਇਸ ਘਰ ਵੀ ਜਾਣਾ ਆਪਾਂ। ਇਸ ਘਰ ਵਿੱਚ? ਪਰ ਤੁਸੀਂ ਤਾਂ ਕਹਿੰਦੇ ਸੀ ਕਿ ਤਾਨੀਆ ਦੇ ਵਿਆਹ ਲਈ। ਉਧਰ ਵੀ ਜਾਵਾਂਗੇ, ਪਹਿਲਾਂ ਇੱਧਰ ਤਾਂ ਚੱਲੋ। ਪਰ ਇਹ ਕਿਹਦਾ ਘਰ ਹੈ ਜੇਕੇ ਸਾਹਿਬ? ਤੇ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ? ਓਹੋ, ਤੁਸੀਂ ਚੱਲੋ ਤਾਂ ਸਹੀ। ਨਹੀਂ ਜੇਕੇ ਸਾਹਿਬ, ਪਹਿਲਾਂ ਦੱਸੋ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ? ਤੁਸੀਂ ਡਰ ਕਿਉਂ ਰਹੇ ਹੋ? ਮੈਂ ਤੁਹਾਡੇ ਨਾਲ ਆਣਾ। ਡਰਨ ਵਾਲੀ ਕੋਈ ਗੱਲ ਨਹੀਂ ਹੈ ਜੇਕੇ ਸਾਹਿਬ, ਪਰ ਫਿਰ ਵੀ ਦੱਸੋ ਨਾ ਕਿ ਕਿਹਦਾ ਘਰ ਹੈ? ਮੈਂ ਤੁਹਾਨੂੰ ਕਹਿ ਰਿਹਾ ਨਾ, ਤੁਸੀਂ ਚਲੋ ਅੰਦਰ, ਅੰਦਰ ਜਾ ਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ। ਪਰ ਫਿਰ ਵੀ ਜੇਕੇ ਸਾਹਿਬ, ਤੁਸੀਂ ਚਲੋ ਤਾਂ ਸਹੀ, ਚਲੋ। ਮੈਂ ਅੰਦਰ ਆ ਸਕਦਾ ਅਵਤਾਰ ਕਿਸ਼ਨ ਜੀ? ਜੇਕੇ ਸਾਹਿਬ, ਤੁਸੀਂ ਇੱਥੇ? ਤੁਸੀਂ ਤਾਂ ਏਦਾਂ ਡਰ ਗਏ, ਏਦਾਂ ਤੁਹਾਡੇ ਸਾਹਮਣੇ ਭੂਤ ਆ ਗਿਆ ਹੋਵੇ। ਹਾਂਜੀ ਹਾਂਜੀ। ਇਹਦਾ ਮਤਲਬ ਮੈਂ ਤੁਹਾਨੂੰ ਭੂਤ ਲੱਗ ਰਿਹਾ? ਨਹੀਂ, ਮੇਰਾ ਮਤਲਬ ਤੁਸੀਂ ਅਚਾਨਕ ਆ ਗਏ ਨਾ। ਹਾਂ, ਇਹਦਾ ਮਤਲਬ ਤੁਹਾਨੂੰ ਤਾਂ ਆਸ ਨਹੀਂ ਸੀ ਕਿ ਮੈਂ ਕਦੀ ਤੁਹਾਡੇ ਘਰ ਵੀ ਆਵਾਂਗਾ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਤੁਸੀਂ ਮੇਰੇ ਘਰ ਵੀ ਆ ਸਕਦੇ ਹੋ। ਹਾਂ, ਕਈ ਵਾਰ ਇਦਾਂ ਹੀ ਹੁੰਦਾ ਹੈ, ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜੋ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦੀਆਂ। ਹਾਂਜੀ ਹਾਂਜੀ। ਹੋਰ ਦੱਸੋ, ਕੀ ਲਓਗੇ, ਚਾਹ ਜਾਂ ਕੌਫੀ? ਤੇ ਫਿਰ ਤੁਸੀਂ ਏਦਾਂ ਕਰੋ, 3 ਕੱਪ ਚਾਹ ਮੰਗਵਾ ਲਓ। 3 ਕੱਪ? ਮਤਲਬ ਤੁਸੀਂ 2 ਕੱਪ ਚਾਹ ਪੀਓਗੇ? ਨਹੀਂ, 3 ਕੱਪ 3 ਜਾਣਿਆਂ ਵਾਸਤੇ, ਇੱਕ ਤੁਹਾਡੇ ਲਈ, ਇੱਕ ਮੇਰੇ ਲਈ ਤੇ ਇੱਕ ਇਹਨਾਂ ਲਈ। ਓਹ ਅੱਛਾ, ਤੁਸੀਂ ਮਿਸਿਸ ਮਹਿਰਾ ਵੀ ਆਏ ਨੇ। ਆਓ ਪਲੀਜ਼ ਬੈਠੋ। ਅਣਜਾਣ ਦਾ ਬਣੋ ਅਵਤਾਰ ਕਿਸ਼ਨ ਜੀ, ਹੁਣ ਤਾਂ ਲਾ ਦਿਓ ਆਪਣਾ ਨਕਾਬ। ਨਕਾਬ? ਮੈਂ ਕੁਝ ਸਮਝਿਆ ਨਹੀਂ ਜੇਕੇ ਸਾਹਿਬ। ਤੇ ਫਿਰ ਇਹ ਸਮਝ ਲਓ ਅਵਤਾਰ ਕਿਸ਼ਨ ਜੀ, ਮੈਨੂੰ ਉਹ ਲੋਕ ਬਿਲਕੁਲ ਵੀ ਪਸੰਦ ਨਹੀਂ ਹੈ ਜਿਨ੍ਹਾਂ ਦਾ ਅਸਲੀ ਚਿਹਰਾ ਕੁਝ ਹੋਰ ਹੋਵੇ ਪਰ ਦੁਨੀਆ ਨੂੰ ਕੁਝ ਹੋਰ ਦਿਖਾਣ। ਹੁਣ ਤੁਸੀਂ ਵੀ ਤਾਂ ਬਹੁਤ ਚਿਰ ਤੋਂ ਇਦਾਂ ਹੀ ਕਰ ਰਹੇ ਹੋ ਨਾ, ਹੁਣ ਤੁਹਾਡਾ ਵੀ ਅਸਲੀ ਚਿਹਰਾ ਸਾਹਮਣੇ ਆ ਗਿਆ। ਮੇਰਾ ਅਸਲੀ ਚਿਹਰਾ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਸ਼ੁਰੂ ਤੋਂ ਹੀ, ਜੇਕੇ ਸਾਹਿਬ। ਮੈਂ ਤਾਂ ਕਦੀ ਕੋਈ ਨਕਾਬ ਪਾਇਆ ਹੀ ਨਹੀਂ, ਕਦੀ ਕੁਝ ਲੁਕਾਇਆ ਹੀ ਨਹੀਂ। ਮੈਨੂੰ ਪਤਾ ਸੀਗਾ ਤੁਸੀਂ ਇਦਾਂ ਹੀ ਕਹੋਗੇ, ਇਸੇ ਲਈ ਜਸਲੀਨ ਜੀ ਨੂੰ ਮੈਂ ਆਪਣੇ ਨਾਲ ਲੈ ਕੇ ਆਇਆ। ਹੁਣ ਮੈਂ ਤੁਹਾਡੇ ਸਾਹਮਣੇ ਖੜਾ ਸੀ, ਇਸ ਲਈ ਤੁਸੀਂ ਇਹਨਾਂ ਨੂੰ ਮਿਸਿਸ ਮਹਿਰਾ ਕਹਿ ਦਿੱਤਾ, ਨਹੀਂ ਤਾਂ ਪਿੱਠ ਪਿੱਛੇ ਤਾਂ ਜਸਲੀਨ ਜੀ ਹੀ ਕਹਿੰਦੇ ਹੋ ਨਾ। ਇਹ ਨਕਾਬ ਨਹੀਂ ਤਾਂ ਹੋਰ ਕੀ ਹੈ?
ਤੁਹਾਡਾ ਪਿਆਰ ਤਾਂ ਬਹੁਤ ਪੁਰਾਣਾ ਹੈ ਨਾ? ਇਹ ਕਿੰਨਾ ਕੁ ਪੁਰਾਣਾ ਹੈ, ਕਿੰਨਾ ਕੁ ਗੂੜਾ ਹੈ, ਇਹ ਤਾਂ ਹੁਣ ਤੁਸੀਂ ਵੀ ਦੱਸ ਸਕਦੇ ਹੋ ਨਾ ਅਵਤਾਰ ਕਿਸ਼ਨ ਜੀ। ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਜੇਕੇ ਸਾਹਿਬ? ਪਰ ਮਾਫ ਕਰਨਾ, ਤੁਹਾਡੀਆਂ ਗੱਲਾਂ ਮੇਰੀ ਸਮਝ 'ਚ ਨਹੀਂ ਪੈ ਰਹੀਆਂ। ਇਹ ਤੁਸੀਂ ਕੀ ਕਹਿ ਰਹੇ ਹੋ ਜੇਕੇ ਸਾਹਿਬ? ਇੱਥੇ ਹੀ ਆਪਣੀ ਗੱਲ ਬੰਦ ਕਰ ਦਿਓ। ਬਾਹਰਲੇ ਲੋਕਾਂ ਸਾਹਮਣੇ ਮੇਰੀ ਪੁੱਛ ਪੜਤਾਲ ਕਰਕੇ ਮੈਨੂੰ ਹੇਠੀ ਦਿਖਾ ਰਹੇ ਹੋ, ਨੀਵਾਂ ਦਿਖਾ ਰਹੇ ਹੋ ਮੈਨੂੰ। ਬਸ ਇੰਨੀ ਕੋਈ ਇੱਜ਼ਤ ਹੈ ਤੁਹਾਡੀਆਂ ਨਜ਼ਰਾਂ ਵਿੱਚ ਮੇਰੀ? ਇਹ ਇੱਜ਼ਤ ਦਾ ਮਸਲਾ ਨਹੀਂ ਹੈ ਜਸਲੀਨ ਜੀ, ਮਸਲਾ ਹੈ ਤੇ ਸਿਰਫ ਵਿਸ਼ਵਾਸ ਦਾ। ਜੇ ਕਿ ਮਹਿਰਾ ਦੇ ਵਿਸ਼ਵਾਸ ਦਾ, ਜਿਹੜੇ ਵਿਸ਼ਵਾਸ ਦੀ ਜੜ ਤੁਸੀਂ ਦੋਵਾਂ ਨੇ ਹਿਲਾ ਕੇ ਰੱਖ ਦਿੱਤੀ ਹੈ। ਜੇਕੇ ਸਾਹਿਬ, ਇਹ ਏਡੇ ਵੱਡੇ ਵੱਡੇ ਕਿਹੜੇ ਇਲਜ਼ਾਮ ਲਾ ਰਹੇ ਹੋ ਸਾਡੇ ਉੱਤੇ? ਐਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਤੁਹਾਡੇ ਵਾਸਤੇ ਤਾਂ ਇਹ ਕੋਈ ਗੱਲ ਨਹੀਂ ਹੈ, ਪਰ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਅਵਤਾਰ ਕਿਸ਼ਨ ਜੀ। ਅੱਧੇ ਤੋਂ ਜ਼ਿਆਦਾ ਜ਼ਿੰਦਗੀ ਮੈਂ ਇਹਨਾਂ ਨਾਲ ਕੱਟ ਚੁੱਕਿਆ, ਪਰ ਅੱਜ ਤੱਕ ਵੀ ਮੈਨੂੰ ਜਸਲੀਨ ਜੀ ਓਪਰੇ ਲੱਗਦੇ ਨੇ। ਏਦਾਂ ਲੱਗਦਾ ਹੈ ਜਿੱਦਾਂ ਮੈਂ ਇਹਨਾਂ ਨੂੰ ਜਾਣਦਾ ਹੀ ਨਾ ਹੋਵਾਂ। ਇਹ ਤੁਹਾਡਾ ਵਹਿਮ ਹੈ ਜੇਕੇ ਸਾਹਿਬ। ਕੋਈ ਵਹਿਮ ਨਹੀਂ ਅਵਤਾਰ ਕਿਸ਼ਨ ਜੀ, ਇਹ ਸੱਚ ਹੈ। ਮੈਂ ਤੇ ਜਸਲੀਨ ਜੀ ਇੱਕੋ ਛੱਤ ਹੇਠ ਰਹਿੰਦੇ ਆ, ਸਾਡਾ ਆਪਣਾ ਪਰਿਵਾਰ ਹੈ, ਇੱਕੋ ਕਮਰੇ ਵਿੱਚ ਸੌਂਦੇ ਆ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਸਲੀਨ ਜੀ ਮੇਰੇ ਨੇੜੇ ਨਹੀਂ ਹੈ ਜਨਾਬ, ਤੁਹਾਡੇ ਨੇੜੇ ਅਵਤਾਰ ਕਿਸ਼ਨ ਜੀ। ਮੈਨੂੰ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਤੇ ਤਰਸ ਆਉਂਦਾ ਜੇਕੇ ਸਾਹਿਬ। ਮੈਂ ਕਦੀ ਤੁਹਾਡੇ ਵਰਗਾ ਕੋਈ ਬੰਦਾ ਨਹੀਂ ਦੇਖਿਆ ਜਿਹਨੂੰ ਆਪਣੀ ਘਰਵਾਲੀ ਤੇ ਇੰਨਾ ਵੀ ਯਕੀਨ ਨਾ ਹੋਵੇ। ਇਹਦੇ ਵਿੱਚ ਜਸਲੀਨ ਜੀ ਦੀ ਕੋਈ ਗਲਤੀ ਨਹੀਂ, ਸਗੋਂ ਤੁਹਾਨੂੰ ਹੀ ਆਪਣੇ ਆਪ ਤੇ ਕੋਈ ਯਕੀਨ ਨਹੀਂ। ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਮੇਰੇ ਉੱਤੇ ਇਲਜ਼ਾਮ ਨਾ ਲਗਾਓ ਅਵਤਾਰ ਕਿਸ਼ਨ ਜੀ। ਇਲਜ਼ਾਮ ਮੈਂ ਲਾ ਰਿਹਾ ਜੇਕੇ ਸਾਹਿਬ? ਪਿਛਲੇ 24 ਸਾਲਾਂ ਤੋਂ ਇੱਕੋ ਛੱਤ ਹੇਠ ਰਹਿੰਦੇ ਹੋ ਤੇ ਤੁਹਾਡੇ ਕਹਿਣ ਮੁਤਾਬਿਕ ਇੱਕੋ ਕਮਰੇ ਵਿੱਚ ਵੀ ਰਹਿੰਦੇ ਹੋ, ਫਿਰ ਵੀ ਤੁਹਾਨੂੰ ਇਹ ਲੱਗਦਾ ਹੈ ਕਿ ਜਸਲੀਨ ਜੀ ਤੁਹਾਡੇ ਨੇੜੇ ਨਹੀਂ। ਮਾਫ ਕਰਨਾ ਮਿਸਿਸ ਮਹਿਰਾ, ਪਰ ਮੈਨੂੰ ਤੁਹਾਡੇ ਜੇਕੇ ਸਾਹਿਬ ਉੱਤੇ ਤਰਸ ਆ ਰਿਹਾ। ਇਹ ਇਹਨਾਂ ਦੀ ਮਾੜੀ ਕਿਸਮਤ ਨਹੀਂ ਤੇ ਹੋਰ ਕੀ ਹੈ? ਇਹਨਾਂ ਨੂੰ ਆਪਣੀ ਘਰਵਾਲੀ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ। ਇੰਨਾ ਕਮਜ਼ੋਰ ਹੋ ਗਿਆ ਇਹਨਾਂ ਦਾ ਵਿਸ਼ਵਾਸ। ਤੁਸੀਂ ਹਜੇ ਤੱਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਅਵਤਾਰ ਕਿਸ਼ਨ ਜੀ। ਮੈਂ ਕੀ ਕਰ ਸਕਦਾ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ। ਇੱਥੇ ਮੈਂ ਤੁਹਾਡੀਆਂ ਗੱਲਾਂ ਸੁਣਨ ਵਾਸਤੇ ਨਹੀਂ, ਆਪਣੇ ਸਵਾਲ ਦਾ ਜਵਾਬ ਲੈਣ ਲਈ ਆਇਆ। ਸਿੱਧਾ ਸਿੱਧਾ ਦੱਸੋ ਕੀ ਚਾਹੁੰਦੇ ਹੋ ਤੁਸੀਂ? ਮੈਂ ਕੀ ਕਰਨਾ ਚਾਹੁੰਦਾ? ਮੈਂ ਤਾਂ ਕਦੇ ਕੁਝ ਕੀਤਾ ਹੀ ਨਹੀਂ ਜੇਕੇ ਸਾਹਿਬ। ਮੇਰਾ ਪਰਿਵਾਰ ਦਾ ਨਾਮ ਪੂਰੇ ਜਲੰਧਰ ਵਿੱਚ ਚੱਲਦਾ ਹੈ ਤੇ ਤੁਸੀਂ ਮੇਰਾ ਪਰਿਵਾਰ ਦੀ ਇੱਕ ਨੌਂ ਨਾਲ ਰਿਸ਼ਤਾ ਬਣਾ ਕੇ ਬੈਠੇ ਹੋ ਤੇ ਦੂਜੀ ਨੌਂ ਦੇ ਗੁਰੂ ਬਣ ਕੇ ਬੈਠੇ ਹੋ। ਮੈਂ ਤੁਹਾਨੂੰ ਪੁੱਛ ਸਕਦਾ, ਤੁਹਾਨੂੰ ਇਹ ਉਸਤਾਦੀ ਕਰਨ ਲਈ ਕਿਹਨੇ ਕਿਹਾ ਸੀਗਾ? ਜਸਲੀਨ ਜੀ ਨੇ ਕਿਹਾ ਸੀ ਨਾ? ਨਹੀਂ ਪਾਪਾ ਜੀ, ਤੁਸੀਂ ਗਲਤ ਸੋਚ ਰਹੇ ਹੋ। ਐਦਾਂ ਦੀ ਕੋਈ ਗੱਲ ਹੀ ਨਹੀਂ ਹੈ। ਇਹ ਤੋਂ ਕੀ ਕਹਿ ਰਹੀ ਹੈ ਗੀਤ? ਮੈਂ ਬਿਲਕੁਲ ਸਹੀ ਕਹਿ ਰਹੀ ਹਾਂ ਪਾਪਾ ਜੀ। ਤੁਸੀਂ ਵੱਡੇ ਮੈਡਮ ਜੀ ਤੇ ਅਵਤਾਰ ਜੀ ਤੇ ਸ਼ੱਕ ਕਰਕੇ ਇੱਥੇ ਆਏ ਹੋ ਨਾ, ਪਰ ਤੁਹਾਡਾ ਸ਼ੱਕ ਬਿਲਕੁਲ ਗਲਤ ਹੈ ਪਾਪਾ ਜੀ। ਤੁਸੀਂ ਜੋ ਸੋਚ ਰਹੇ ਹੋ ਉਹਦਾ ਤੇ ਕੋਈ ਗੱਲ ਹੀ ਨਹੀਂ ਹੈ। ਸ਼ਾਇਦ ਤੁਸੀਂ ਮੇਰੀ ਗੱਲਾਂ ਤੇ ਵੀ ਯਕੀਨ ਨਹੀਂ ਸੀ ਕਰਨਾ, ਇਸ ਲਈ ਮੈਂ ਸਬੂਤ ਆਪਣੇ ਨਾਲ ਲੈ ਕੇ ਆਈ ਹਾਂ। ਆ ਦੇਖੋ ਪਾਪਾ ਜੀ, ਇਹ ਕੀ ਹੈ ਗੀਤ? ਇਸ ਫਾਈਲ ਵਿੱਚ ਕਾਗਜ਼ ਨੇ ਪਾਪਾ ਜੀ, ਤੇ ਇਹਨਾਂ ਕਾਗਜ਼ਾਂ ਵਿੱਚ ਉਹ ਕਾਗਜ਼ ਵੀ ਨੇ ਜਿਸ 'ਚ ਮੇਰਾ ਨਾਮ ਲਿਖਿਆ ਹੈ। ਤੇਰਾ ਨਾਮ? ਪਰ ਉਹ ਕਿਉਂ? ਕਿਉਂਕਿ ਮੈਂ ਇਹ ਕਾਗਜ਼ ਭਰੇ ਸੀ ਪਾਪਾ ਜੀ ਇੱਕ ਮੁਕਾਬਲੇ 'ਚ ਹਿੱਸਾ ਲੈਣ ਲਈ, ਤੇ ਮੁਕਾਬਲੇ ਵਾਲਿਆਂ ਨੇ ਮੈਨੂੰ ਵੀ ਚੁਣਿਆ ਤੇ ਉਹਨਾਂ ਨੇ ਫੈਸਲਾ ਲਿਆ ਕਿ ਮੇਰਾ ਮੈਂਟੋਰ ਯਾਨੀ ਕਿ ਮੇਰਾ ਉਸਤਾਦ ਕੌਣ ਹੋਏਗਾ ਜੋ ਮੈਨੂੰ ਤਿਆਰੀ ਕਰਾਏਗਾ ਮੁਕਾਬਲੇ ਦੀ। ਇਹ ਤਾਂ ਠੀਕ ਹੈ ਗੀਤ, ਪਰ ਤੂੰ ਇੱਥੇ ਆਈ ਕਿੱਦਾਂ? ਤੁਹਾਨੂੰ ਵੱਡੇ ਮੈਡਮ ਜੀ